गुड मॉर्निंग टू ऑल ऑफ़ यू। आज से हम पीटेट सीटेट की तैयारी स्टार्ट करने जा रहे हैं। उम्मीद है कि आपके लिए ये वीडियो बहुत हेल्पफुल होगी। इफ़ यू आर लाइक माय वीडियो प्लीज़ लाइक शेयर एंड सब्सक्राइब माय चैनल। नाउ वी विल डिस्कस अबाउट द चैप्टर ग्रोथ एंड डेवलपमेंट। ग्रोथ एंड डेवलपमेंट जो कि CDPB में भी आएगा, और जो भी चैप्टर्स की जैसे जो हमने सब्जेक्ट लिए होते हैं जैसे साइंस मैथ, उनमें भी ये क्वेश्चंस आ जाते हैं, या SS हो गया, उनमें भी कई बार एक दो क्वेश्चन पूछ लिए जाते हैं। ये चैप्टर इतना इंपॉर्टेंट है कि 2-3 क्वेश्चंस हमेशा पेपर में रिपीट होते ही हैं, इसलिए हम ये चैप्टर फर्स्टली स्टार्ट करने जा रहे हैं। व्हाट इज़ ग्रोथ? ग्रोथ मीन्स इंक्रीज इन साइज, हाइट, वेट। ग्रोथ उस चीज़ ਨੂੰ ਕਿਹਾ ਜਾਂਦਾ ਹੈ ਜਿਹਦੇ ਵਿੱਚ ਸਾਈਜ਼ ਹੈ, ਜਿਹੜੀ ਸਾਈਜ਼ ਇਨਕਰੀਜ਼ ਹੁੰਦਾ, ਹਾਈਟ ਵੀ ਇਨਕਰੀਜ਼ ਹੁੰਦੀ ਤੇ weight ਵੀ ਇਨਕਰੀਜ਼ ਹੁੰਦਾ। ਇਟ ਇੰਪਲਾਈਜ਼ growth of heart, brain, muscles and body in general. It can generally be easily observed and measured. ਮੀਨਸ ਜਿਹੜੀ ਆਪਣੀ ਗਰੋਥ ਹੁੰਦੀ है हार्ट ਦੀ, ब्रेन, मसल्स, बॉडी, जो भी अपने बॉडी के पार्ट्स है उन सभी की ग्रोथ होती है। जिस तरह उन्होंने आप देख भी सकते हैं तो आप उन्होंने मैजर भी कर सकते हैं। जिवें छोटा बेबी होंगे पहला वह साइज़ है जोड़ा छोटा होंगे, जिस तरह हौली हौली वड्डा होना शुरू हो जाता तो उन्होंने आप ईजली ऑब्जर्व कर सकते हैं भी वो किस तरह अंग वधदे है, शरीर के पार्ट्स है जोड़े वो वधने शुरू हो जाते हैं। इस तरह ये आप ईजली ऑब्जर्व भी कर सकते हैं तो उन्होंने मैजर भी कर सकते हैं। ਜਿਹੜੀ ग्रोथ है वो अपने को ग्रोथ इज़ ਕੁਆਂਟੀਟੇਟਿਵ मतलब ਇਹਨੂੰ ਆਪਾਂ ਮੈਜ਼ਰ ਕਰ ਸਕਦੇ ਕਿੰਨੀ ਕੁਆਂਟੀਟੀ ਦੇ ਵਿੱਚ ਇਹ ਆਪਣੇ ਕੋਲ ਇਨਕਰੀਜ਼ ਹੋ ਰਹੀ ਹੈ, ਉਹਨੂੰ ਆਪਾਂ ਈਜ਼ਲੀ ਮੈਜ਼ਰ ਕਰ ਸਕਦੇ ਹਾਂ। ਇਟ ਇਜ਼ ਨॉट ਕੰਟੀਨਿਊਸ ਪ੍ਰੋਸੈਸ, ਇੱਕ ਕੰਟੀਨਿਊਸ ਪ੍ਰੋਸੈਸ ਨਹੀਂ ਗਾ, ਇਹ ਕੁਝ ਟਾਈਮ ਤੋਂ ਬਾਅਦ ਹੈ ਜਿਹੜਾ ਸਟਾਪ ਹੋ ਜਾਂਦਾ ਪ੍ਰੋਸੈਸ, ਗਰੋਥ ਹੋਣੀ ਸਟਾਪ ਹੋ ਜਾਂਦੀ ਹੈ। ਜਿਸ ਤਰ੍ਹਾਂ ਕੋਈ ਵੀ ਚੀਜ਼ ਦੀ ਲਿਮਿਟ ਹੁੰਦੀ ਹੈ ਵੀ ਇੱਥੋਂ ਤੱਕ ਹੀ ਉਹਨੇ ਗਰੋਥ ਹੋਣਾ, ਉਸ ਤੋਂ ਬਾਅਦ ਉਹ ਸਟਾਪ ਹੋ ਜਾਂਦੀ ਹੈ। ਨੈਕਸਟ ਇਟ ਇਜ਼ ਏ ਮੈਜ਼ਰੇਬਲ, ਜਿੰਨੀ ਵੀ ਗਰੋਥ ਹੁੰਦੀ ਆ ਆਪਾਂ ਉਹਨੂੰ ਮੈਜ਼ਰ ਕਰ ਸਕਦੇ ਹਾਂ, ਉਹਦਾ ਹਾਈਟ, ਸਾਈਜ਼, ਵੇਟ ਚੈੱਕ ਕਰ ਸਕਦੇ ਹਾਂ ਵੀ ਕਿੰਨੀ ਉਹ ਗਰੋਥ ਹੈ ਜਿਹੜੀ ਹੋਈ ਹੈ, ਇਸ ਕਰਕੇ ਇਹਨੂੰ ਆਪਾਂ ਕਹਿੰਦੇ ਹਾਂ ਇਟ ਇਜ਼ ਏ ਮੈਜ਼ਰੇਬਲ। ਨੈਕਸਟ ਟੌਪਿਕ ਡਿਵੈਲਪਮੈਂਟ ਮੀਨਸ ਏ ਪ੍ਰੋਗਰੈਸਿਵ ਸੀਰੀਜ਼ ਆਫ ਚੇਂਜਿਸ that occur orderly as a result of maturation and experience. Development is a wider and comprehensive, ਵਾਈਡਰ ਹੁੰਦਾ ਅਤੇ ਇੱਕ ਕੰਪਰੀਹੈਂਸਿਵ ਹੁੰਦਾ। ਜੀਵਨ ਭਰ ਚੱਲਣ ਵਾਲੀ ਇੱਕ ਪ੍ਰਕਿਰਿਆ ਹੁੰਦੀ ਹੈ ਜਿਸ ਦੇ ਵਿੱਚ ਸਰੀਰਕ, ਬੌਧਿਕ, ਸਵੈਗਾਤਮਿਕ, ਸੋਸ਼ਲ, ਇਕਨੋਮਿਕ ਸਾਰੀ ਚੀਜ਼ਾਂ ਇਹਦੇ ਵਿੱਚ ਸਾਰੇ ਪੱਖ ਆ ਜਾਂਦੇ ਆ, ਇਸ ਕਰਕੇ ਇਹਨੂੰ ਵਾਈਡਰ ਐਂਡ ਕੰਪਰੀਹੈਂਸਿਵ ਕਿਹਾ ਜਾਂਦਾ। ਡਿਵੈਲਪਮੈਂਟ ਇਜ਼ ਕੰਟੀਨਿਊਸ ਪ੍ਰੋਸੈਸ, ਇਹ ਜੀਵਨ ਭਰ ਚੱਲਣ ਵਾਲੀ ਇੱਕ ਪ੍ਰਕਿਰਿਆ ਹੈ ਜਿਹੜੀ ਕਿ ਆਪਾਂ ਜਨਮ ਤੋਂ ਲੈ ਕੇ ਉਸ ਮਰਨ ਤੱਕ ਆਪਾਂ ਜੋ ਵੀ ਸਿੱਖਦੇ ਹੋ ਸਾਰਾ ਕੁਛ ਡਿਵੈਲਪਮੈਂਟ ਦੇ ਵਿੱਚ ਹੀ ਆ ਜਾਂਦਾ। ਡਿਵੈਲਪਮੈਂਟ ਇਜ਼ ਕੁਆਂਟੀਟੇਟਿਵ ਐਂਡ ਕੁਆਲੀਟੇਟਿਵ, ਇਹ ਕੁਆਂਟੀਟੇਟਿਵ ਵੀ ਹੁੰਦੀ, ਕੁਆਲੀਟੇਟਿਵ ਵੀ ਹੁੰਦੀ ਹੈ। ਕੁਆਂਟੀਟੇਟਿਵ ਦੇ ਵਿੱਚ ਆ ਜਾਂਦੀ ਜਿਸ ਦੇ ਵਿੱਚ ਮਾਪਿਆ ਜਾਂਦਾ। ਕੁਆਲਿਟੀ ਹੁੰਦੀ ਵੀ ਕਿਸ ਤਰ੍ਹਾਂ ਦੀ ਕੋਈ ਚੀਜ਼ ਆਪਾਂ ਚੰਗੀ ਸਿੱਖਦੇ ਹਾਂ, ਮਾੜੀ ਸਿੱਖਦੇ ਹਾਂ, ਉਹ ਕੁਆਲਿਟੀ ਆ ਜਾਂਦੀ ਹੈ। ਡਿਵੈਲਪਮੈਂਟ ਇਜ਼ ਇੰਟੀਗ੍ਰੇਟਿਡ ਪ੍ਰੋਸੈਸ, ਡਿਵੈਲਪਮੈਂਟ ਇੱਕ ਇੰਟੀਗ੍ਰੇਟਿਡ ਪ੍ਰੋਸੈਸ ਹੁੰਦਾ ਜਿਸ ਦੇ ਵਿੱਚ ਕੀ ਆ ਜਾਂਦਾ ਹੈਗਾ ਬਹੁਤ ਸਾਰੇ ਪੱਖ ਹੈ ਜਿਹੜੇ ਉਹ ਮਿਲ ਕੇ ਸਾਰਿਆਂ ਦਾ ਇਕੱਠ ਹੁੰਦਾ ਹੈਗਾ, ਇਸ ਕਰਕੇ ਇਹਨੂੰ ਇੰਟੀਗ੍ਰੇਟਿਡ ਪ੍ਰੋਸੈਸ ਕਿਹਾ ਜਾਂਦਾ। ਜਿਵੇਂ ਫਿਜ਼ੀਕਲ, ਸੋਸ਼ਲ, ਇਕਨੋਮਿਕ ਜੋ ਵੀ ਸਾਰੇ ਵੀ ਪੱਖ ਹੁੰਦੇ ਆ, ਸਵੈਗਾਤਮਕ, ਇਮੋਸ਼ਨਲ ਹੋ ਗਿਆ, ਉਹ ਸਾਰੇ ਪੱਖ ਮਿਲ ਕੇ ਇੰਟੀਗ੍ਰੇਟਿਡ ਪ੍ਰੋਸੈਸ ਹੁੰਦਾ ਹੈ। ਸਾਰਿਆਂ ਨੂੰ ਮਿਲਾ ਕੇ ਡਿਵੈਲਪਮੈਂਟ ਦਾ ਡਿਵੈਲਪਮੈਂਟ ਹੁੰਦੀ ਹੈ, ਉਸ ਨੂੰ ਕੀ ਕਹਿੰਦਾ? ਡਿਵੈਲਪਮੈਂਟ ਇਜ਼ ਇੰਟੀਗ੍ਰੇਟਿਡ ਪ੍ਰੋਸੈਸ। ਡਿਵੈਲਪਮੈਂਟ ਇਜ਼ ਅਸੈਸਮੈਂਟ, ਅਸੈਸਮੈਂਟ ਹੁੰਦਾ ਵੀ ਇਹਨੂੰ ਅਸੈਸ ਕੀਤਾ ਜਾ ਸਕਦਾ, ਮੈਜ਼ਰ ਨਹੀਂ ਕੀਤਾ ਜਾ ਸਕਦਾ। ਜਿਹੜੀ ਗਰੋਥ ਸੀ ਉਹਨੂੰ ਆਪਾਂ ਮੈਜ਼ਰ ਕਰਦੇ ਸੀ, ਡਿਵੈਲਪਮੈਂਟ ਹੈ ਜਿਹੜਾ ਉਹ ਆਪਣੇ ਕੋਲ ਕੀ ਹੁੰਦੀ ਹੈ? ਅਸੈਸਮੈਂਟ ਹੁੰਦੀ ਹੈ। ਹੁਣ ਦੋਹਾਂ ਦੇ ਵਿੱਚ ਜੇ ਆਪਾਂ ਡਿਫਰੈਂਸ ਦੇਖੀਏ, ਇਹ ਆਪਣੇ ਕੋਲ ਕੁਆਂਟੀਟੇਟਿਵ ਸੀਗਾ, ਡਿਵੈਲਪਮੈਂਟ ਹੈ ਜਿਹੜਾ ਉਹ ਆਪਣੇ ਕੋਲ ਕੀ ਹੁੰਦਾ? ਕੁਆਂਟੀਟੇਟਿਵ ਵੀ ਹੁੰਦਾ, ਕੁਆਲੀਟੇਟਿਵ ਵੀ ਹੁੰਦਾ। ਇਹ ਆਪਣੇ ਕੋਲ ਗਰੋਥ ਸੀਗੀ ਜਿਹੜੀ ਉਹ ਨੋਟ ਕੰਟੀਨਿਊਸ ਪ੍ਰੋਸੈਸ ਸੀ, ਬਟ ਡਿਵੈਲਪਮੈਂਟ ਹੈ ਜਿਹੜੀ ਉਹ ਆਪਣੇ ਕੋਲ ਕੀ ਹੁੰਦੀ ਹੈ? ਕੰਟੀਨਿਊਸ ਪ੍ਰੋਸੈਸ ਹੁੰਦੀ ਹੈ। ਜਿਹੜਾ ਆਪਣੇ ਕੋਲ ਗਰੋਥ ਹੁੰਦਾ ਉਹ ਸਿਰਫ ਮੈਜ਼ਰੇਬਲ ਹੁੰਦਾ ਅਤੇ ਜਿਹੜੀ ਡਿਵੈਲਪਮੈਂਟ ਹੁੰਦੀ ਹੈ ਉਹ ਆਪਣੇ ਕੋਲ ਅਸੈਸਮੈਂਟ ਹੁੰਦੀ ਹੈ। ਕਰੈਕਟਰਿਸਟਿਕਸ ਆਫ ਦਾ ਡਿਵੈਲਪਮੈਂਟ, ਡਿਵੈਲਪਮੈਂਟ ਇਜ਼ ਲਾਈਫ ਲੌਂਗ ਪ੍ਰੋਸੈਸ। ਲਾਈਫ ਲੌਂਗ ਆਪਣੇ ਕੋਲ ਜਦੋਂ ਤੱਕ ਇਨਸਾਨ ਪੈਦਾ ਹੋ ਜਾਂਦਾ ਹੈ ਉਸ ਤੋਂ ਬਾਅਦ ਲਾਈਫ ਲੌਂਗ ਜਦੋਂ ਤੱਕ ਉਹ ਮਰਦਾ ਨਹੀਂ ਉਦੋਂ ਤੱਕ ਉਹ ਕੁਛ ਨਾ ਕੁਛ ਸਿੱਖਦਾ ਹੀ ਰਹਿੰਦਾ ਹੈਗਾ, ਉਹ ਸਾਰਾ ਕੁਛ ਲਾਈਫ ਲੌਂਗ ਪ੍ਰੋਸੈਸ ਹੁੰਦਾ ਆਪਣੇ ਕੋਲ। ਡਿਵੈਲਪਮੈਂਟ ਇਜ਼ ਮਲਟੀ ਡਿਮੈਂਸ਼ਨਲ, ਮਲਟੀ ਡਿਮੈਂਸ਼ਨਲ ਦੇ ਵਿੱਚ ਆ ਜਾਂਦਾ ਬਾਇਓਲੋਜੀਕਲ, ਕੋਗਨੇਟਿਵ, ਸੋਸ਼ੋ ਇਮੋਸ਼ਨਲ,
ਸਾਰੇ ਪੱਖ ਇਹਦੇ ਵਿੱਚ ਆ ਜਾਂਦੇ, ਇਸ ਕਰਕੇ ਇਹਨੂੰ ਮਲਟੀ ਡਿਮੈਂਸ਼ਨਲ ਕਿਹਾ ਜਾਂਦਾ ਹੈਗਾ। ਡਿਵੈਲਪਮੈਂਟ ਸ਼ਿਫਟ ਫਰੋਮ ਵਨ ਡਾਇਰੈਕਸ਼ਨ ਟੂ ਅਨਦਰ, ਜਦੋਂ ਇੱਕ ਸਾਈਡ ਤੋਂ ਡਿਵੈਲਪਮੈਂਟ ਪੂਰੀ ਹੋ ਜਾਂਦੀ ਹੈ ਫਿਰ ਉਹ ਨੈਕਸਟ ਡਾਇਰੈਕਸ਼ਨ ਦੇ ਵਿੱਚ ਸ਼ਿਫਟ ਹੋ ਜਾਂਦੀ ਹੈ, ਫਿਰ ਉਹ ਦੂਸਰੀ ਸਾਈਡ ਵੱਲ ਮੂਵ ਕਰ ਜਾਂਦੀ ਹੈ, ਫਿਰ ਉੱਧਰ ਡਿਵੈਲਪਮੈਂਟ ਹੋਣੀ ਸ਼ੁਰੂ ਹੋ ਜਾਂਦੀ ਹੈ। ਡਿਵੈਲਪਮੈਂਟ ਇਜ਼ ਪਲਾਸਟਿਕ ਐਂਡ ਮੋਡੀਫਾਈਏਬਲ, ਡਿਵੈਲਪਮੈਂਟ ਇੱਕ ਪਲਾਸਟਿਕ ਅਤੇ ਮੋਡੀਫਾਈਏਬਲ ਹੁੰਦੀ ਹੈ, ਜਿਵੇਂ ਟਾਈਮ ਦੇ ਅਕੋਰਡਿੰਗ, ਸ਼ਕਤੀ ਦੇ ਅਕੋਰਡਿੰਗ, ਜਿਸ ਤਰ੍ਹਾਂ ਉਮਰ ਦੇ ਵਧਣ ਦੇ ਨਾਲ ਐਕਸਪੀਰੀਅੰਸ ਵੱਧ ਜਾਂਦਾ, ਉਸੇ ਤਰ੍ਹਾਂ ਉਹਦੇ ਵਿੱਚ ਕੋਈ ਵੀ ਪ੍ਰੋਬਲਮ ਨੂੰ ਸੋਲਵ ਕਰਨ ਦੇ ਲਈ ਉਹਦੇ ਵਿੱਚ ਸ਼ਮਤਾ ਹੈ ਜਿਹੜੀ ਉਹ ਇਨਕਰੀਜ਼ ਹੋ ਜਾਂਦੀ ਹੈ, ਉਹਦਾ ਵਿਕਾਸ ਹੋ ਜਾਂਦਾ ਹੈਗਾ। ਜਿਸ ਤਰ੍ਹਾਂ ਉਮਰ ਦੇ ਨਾਲ ਬਦਲਾਅ ਹੁੰਦਾ ਉਸੇ ਤਰ੍ਹਾਂ ਹੀ ਜਿਵੇਂ ਮੈਮਰੀ ਦੇ ਵਿੱਚ ਬਦਲਾਅ ਆ ਜਾਂਦਾ, ਉਹਦੀ ਸਟਰੈਂਥ ਵਿੱਚ ਆ ਜਾਂਦਾ, ਇਸ ਕਰਕੇ ਉਹ ਈਜ਼ਲੀ ਕੋਈ ਵੀ ਪ੍ਰੋਬਲਮ ਹੁੰਦੀ ਹੈ, ਕੋਈ ਵੀ ਚੀਜ਼ ਹੁੰਦੀ ਹੈ, ਉਹ ਈਜ਼ਲੀ ਸੋਲਵ ਕਰਨ ਲੱਗ ਜਾਂਦਾ, ਮਤਲਬ ਉਸ ਕੰਡੀਸ਼ਨ ਦੇ ਅਕੋਰਡਿੰਗ ਹੀ ਉਹ ਆਪਣੀ ਪ੍ਰੋਬਲਮ ਨੂੰ ਸੋਲਵ ਕਰ ਲੈਂਦਾ। ਡਿਵੈਲਪਮੈਂਟ ਇਜ਼ ਇਨਵੋਲਵ ਗਰੋਥ, ਮੇਨਟੇਨੈਂਸ, ਰੈਗੂਲੇਸ਼ਨ ਆਫ ਲਾਸ, ਦੇ ਵਿੱਚ ਡਿਵੈਲਪਮੈਂਟ ਦੇ ਵਿੱਚ ਗਰੋਥ ਵੀ ਡਿਵੈਲਪਮੈਂਟ ਦਾ ਹੀ ਹਿੱਸਾ ਹੁੰਦੀ ਹੈ, ਮੇਨਟੇਨੈਂਸ ਵੀ ਆ ਜਾਂਦੀ ਹੈ, ਰੈਗੂਲੇਸ਼ਨ ਆਫ ਲਾਸ ਵੀ ਆ ਜਾਂਦੀ ਹੈ। ਡਿਵੈਲਪਮੈਂਟ ਇਜ਼ ਕੌਨਸਟੈਕਚੁਅਲ, ਡਿਵੈਲਪਮੈਂਟ ਇੱਕ ਕੌਨਸਟੈਕਚੁਅਲ ਹੁੰਦੀ ਹੈ। ਅਸੀਂ ਪਰਿਵਾਰ, ਸਕੂਲ, ਸਾਥੀਆਂ, ਸਮੂਹ, ਆਂਢ ਗੁਆਂਢ ਦੇ ਵੱਖਰੇ ਵੱਖਰੇ ਦੇਸ਼ਾਂ ਦੇ ਸ਼ਾਮਿਲ ਕਰ ਸਕਦੇ ਹਾਂ। ਇਹਦੇ ਵਿੱਚ ਆਪਾਂ ਅਲੱਗ-ਅਲੱਗ, ਜਿਵੇਂ ਕਿਸੇ ਹੋਰ ਦੇਸ਼ ਤੋਂ ਆ ਕੇ ਕੋਈ ਰਹਿੰਦਾ ਹੈ ਨਾ, ਉਹਨਾਂ ਦੀ ਲੈਂਗੁਏਜ ਅਲੱਗ ਹੁੰਦੀ ਹੈ, ਉੱਥੋਂ ਦਾ ਇਨਵਾਇਰਮੈਂਟ ਅਲੱਗ ਹੁੰਦਾ, ਉਸ ਇਨਵਾਇਰਮੈਂਟ ਦਾ ਇਫੈਕਟ ਕਰਕੇ ਵੀ ਬਹੁਤ ਸਾਰੇ ਡਿਵੈਲਪਮੈਂਟ ਦੇ ਵਿਕਾਸ 'ਤੇ ਜਿਹੜੇ ਉਹ ਇਫੈਕਟ ਪੈਂਦਾ ਹੈਗਾ। ਸਮ ਫੈਕਟਰਸ ਇਨਫਲੂਐਂਸਿੰਗ ਡਿਵੈਲਪਮੈਂਟ, ਡਿਵੈਲਪਮੈਂਟ ਦੇ ਵਿੱਚ ਕਿਹੜੇ ਕਿਹੜੇ ਫੈਕਟਰ ਹੈ ਜਿਹੜੇ ਇਫੈਕਟ ਕਰਦੇ? ਹੈਲਥ, ਪੇਰੈਂਟਿੰਗ, ਐਜੂਕੇਸ਼ਨ, ਕਲਚਰ, ਐਥਨੀਸਿਟੀ, ਐਥਨੀਸਿਟੀ ਦੇ ਵਿੱਚ ਆ ਜਾਂਦਾ ਹੈਗਾ ਕਿਸ ਦੇਸ਼ ਤੋਂ, ਜਾਤੀ, ਧਰਮ ਕਿਸ ਤੋਂ ਬਿਲੋਂਗ ਕਰਦੇ ਹੈਗੇ, ਸੋਸ਼ਲ ਇਕਨੋਮਿਕ ਸਟੇਟਸ, ਜੈਂਡਰ, ਇਹ ਸਾਰੇ ਕੀ ਹੈ ਇਹਦੇ ਫੈਕਟਰਸ ਹੈਗੇ ਆ। ਹੈਲਥ, ਪੇਰੈਂਟਿੰਗ, ਐਜੂਕੇਸ਼ਨ, ਪੇਰੈਂਟਸ ਦੀ ਐਜੂਕੇਸ਼ਨ ਕਿਸ ਤਰ੍ਹਾਂ ਦੀ ਹੈ, ਕਲਚਰ, ਕਿਸ ਕਲਚਰ ਤੋਂ ਤੁਸੀਂ ਬਿਲੋਂਗ ਕਰਦੇ ਹੋ, ਐਥਨੀਸਿਟੀ, ਦੇਸ਼, ਧਰਮ, ਜਾਤ, ਸੋਸ਼ੋ ਇਕਨੋਮਿਕ ਸਟੇਟਸ ਮਤਲਬ ਜਿਹਦੇ ਵਿੱਚ ਆ ਜਾਂਦਾ ਸਮਾਜਿਕ ਆਰਥਿਕ ਰੁਤਬਾ ਕੀ ਹੈ ਤੁਹਾਡਾ, ਅਤੇ ਜੈਂਡਰ, ਇਹ ਸਾਰੇ ਕੀ ਹੈ ਡਿਵੈਲਪਮੈਂਟ ਦੇ ਕੀ ਹੈਗੇ ਆ ਫੈਕਟਰਸ ਦਾ ਇਨਵੋਲਵ ਕਰਦੇ ਹੈਗੇ ਆ। Now we discuss principles of growth and development. Firstly, we discuss principle of sequential development. ਹਰੇਕ ਵਿਅਕਤੀ ਦਾ ਇੱਕ ਖਾਸ ਕਰਮ ਹੁੰਦਾ ਹੈ, ਕਿਸ ਤਰ੍ਹਾਂ ਕਿਹੜੇ ਸੀਕੁਐਂਸ ਦੇ ਵਿੱਚ ਉਹਨੇ ਵਧਣਾ ਹੈਗਾ। ਇਹਦੇ ਵਿੱਚ ਆਪਣੇ ਕੋਲ ਦੋ ਸੀਕੁਐਂਸ ਆਉਂਦੇ ਆ, ਸਫੈਲੋਪੋਡਲ ਸੀਕੁਐਂਸ। ਸਫੈਲੋਪੋਡਲ ਸੀਕੁਐਂਸ ਦੇ ਵਿੱਚ ਹੁੰਦਾ ਹੈ ਹੈਡ ਟੂ ਟੋ, ਮਤਲਬ ਪਹਿਲਾਂ ਹੈਡ ਵਿਕਸਿਤ ਹੁੰਦਾ ਹੈਗਾ, ਹੈਡ ਦਾ ਵਿਕਾਸ ਹੁੰਦਾ ਹੈ, ਫਿਰ ਆਪਣੇ ਕੋਲ ਕਿਹਦਾ ਹੁੰਦਾ ਟੋ ਦਾ, ਮਤਲਬ ਕਿ ਸਿਰ ਤੋਂ ਆਰੰਭ ਹੋ ਕੇ ਹੇਠਾਂ ਵੱਲ ਨੂੰ ਵੱਧਦਾ, ਠੀਕ ਹੈ। ਇਹਦੇ ਵਿੱਚ ਡਿਵੈਲਪਮੈਂਟ ਹੈ ਜਿਹੜੀ ਪ੍ਰੋਕਸੀਮੋ ਡਿਜੀਟਲ ਸੀਕੁਐਂਸ, ਇਨਰ ਟੂ ਆਊਟਰ, ਇਹਦੇ ਵਿੱਚ ਪਹਿਲਾਂ ਅੰਦਰੂਨੀ ਵਿਕਾਸ ਹੁੰਦਾ ਫਿਰ ਬਾਹਰ ਵੱਲ ਨੂੰ ਹੁੰਦਾ। ਨੈਕਸਟ ਪ੍ਰਿੰਸੀਪਲ ਆਫ ਜਰਨਲ ਟੂ ਸਪੈਸੀਫਿਕ, ਵਿਕਾਸ ਸਧਾਰਨ ਤੋਂ ਵਿਸ਼ੇਸ਼ ਵੱਲ ਵੱਧਦਾ ਹੈ। ਬੱਚਾ ਪਹਿਲਾਂ ਸਧਾਰਨ ਤੋਂ ਬਾਅਦ ਹੀ ਵਿਸ਼ਿਸ਼ਟ ਵਸਤੂਆਂ ਬਾਰੇ ਸਿੱਖਦਾ ਹੈ, ਮਤਲਬ ਪਹਿਲਾਂ ਕੁਝ ਸਧਾਰਨ ਚੀਜ਼ਾਂ ਜਿਹੜੀਆਂ ਨੇੜੇ ਹੁੰਦੀਆਂ ਉਹਦੇ ਬਾਰੇ ਜਾਣਦਾ ਹੈਗਾ, ਜਿਵੇਂ ਕੋਈ ਵੀ ਆਪਾਂ ਬੁੱਕਸ ਵਗੈਰਾ ਦੇਖਦੇ ਹੈਗੇ, ਉਹ ਚੀਜ਼ ਜਿਹੜਾ ਦੇਖਦਾ ਹੈਗਾ ਉਹ ਜਰਨਲ ਦੇ। ਨੈਕਸਟ ਪ੍ਰਿੰਸੀਪਲ ਹੈ ਪ੍ਰਿੰਸੀਪਲ ਆਫ ਜਰਨਲ ਟੂ ਸਪੈਸੀਫਿਕ। ਨੈਕਸਟ ਆ ਜਾਂਦਾ ਪ੍ਰਿੰਸੀਪਲ ਆਫ ਕੰਸਿਸਟੈਂਸੀ ਆਫ ਇੰਡੀਵਿਜੂਅਲ ਡਿਫਰੈਂਸ। ਹਰੇਕ ਦੇ ਵਿੱਚ ਇੰਡੀਵਿਜੂਅਲ ਡਿਫਰੈਂਸ ਹੁੰਦਾ, ਜਿਵੇਂ ਕੋਈ ਵੀ ਇਨਸਾਨ ਹੈ, ਵਿਅਕਤੀ ਹੈ, ਉਹਦੀ ਪਹਿਲਾਂ ਜਨਮ ਤੋਂ ਉਹ ਧੀਮੀ ਗਤੀ ਨਾਲ, ਮਤਲਬ ਕਿ ਹੌਲੀ ਹੌਲੀ ਵੀ ਉਹਦੀ ਵਿਕਾਸ ਹੁੰਦਾ ਹੈਗਾ, ਫਿਰ ਉਹ ਜਿਸ ਤਰ੍ਹਾਂ ਵੀ ਉਹ ਜਿੰਨੀ ਉਮਰ ਤੱਕ ਉਹਦਾ ਵਿਕਾਸ ਹੁੰਦਾ ਹੈਗਾ ਹੈ ਨਾ, ਓਨੀ ਹੀ ਗਤੀ ਨਾਲ ਹੁੰਦਾ ਹੈ। ਕਈ ਜਿਹੜੇ ਜਲਦੀ ਵਿਕਾਸ ਕਰਦੇ ਆ ਉਹ ਜਲਦੀ ਹੀ ਉਹ ਵਿਕਾਸ ਕਰਨਾ ਜਾਰੀ ਰੱਖਦੇ ਆ। ਪ੍ਰਿੰਸੀਪਲ ਆਫ ਇੰਟਰਲੇਟਿਡ ਡਿਵੈਲਪਮੈਂਟ, ਇੰਟਰਲੇਟਿਡ ਦੇ ਵਿੱਚ ਆ ਜਾਂਦੇ ਵੀ ਇਹਦੇ ਵਿੱਚ ਆਪਣੇ ਕੋਲ ਸਰੀਰਕ ਮਤਲਬ ਫਿਜ਼ੀਕਲ, बौद्धिक, इमोशनल। नेक्स्ट हमारे पास आ गया प्रिंसीपल ऑफ प्रेडिक्टेबिलिटी। विकास ਦੇ ਵਿਸ਼ੇ ਵਿੱਚ ਭਵਿੱਖਬਾਣੀ ਕੀਤੀ ਜਾ ਸਕਦੀ ਹੈ, ਜਿਵੇਂ ਕੁਝ ਸ਼ੁਰੂਆਤੀ ਸਾਲਾਂ ਦੇ ਵਿੱਚ ਕੋਈ ਆਪਾਂ ਰੁਝਾਨ ਉਹਦਾ ਵੇਖੀਏ ਬੱਚੇ ਦਾ, ਹੈ ਨਾ, ਜਿਸ ਚੀਜ਼ ਦੇ ਵਿੱਚ ਉਹਦਾ ਜ਼ਿਆਦਾ ਰੁਝਾਨ ਹੈ ਉਸ ਵੱਲ ਹੀ ਉਹ ਵਧੇਗਾ, ਮਤਲਬ ਕਿ ਆਪਾਂ ਅਨੁਮਾਨ ਲਗਾ ਸਕਦੇ ਹਾਂ ਵੀ ਭਵਿੱਖਬਾਣੀ ਕਰ ਸਕਦੇ ਹਾਂ ਵੀ ਕੀ ਉਹ ਵੱਡਾ ਹੋ ਕੇ ਕੀ ਬਣੂਗਾ, ਆਪਾਂ ਉਹਦੇ ਬਾਰੇ ਅਨੁਮਾਨ ਲਗਾ ਸਕਦੇ ਹਾਂ। ਨੈਕਸਟ ਪ੍ਰਿੰਸੀਪਲ ਹੈ ਪ੍ਰਿੰਸੀਪਲ ਆਫ ਇੰਡੀਵਿਜੂਅਲਾਈਜ਼ਡ ਪ੍ਰੋਸੈਸ। ਨੈਕਸਟ ਆਪਣੇ ਕੋਲ ਪ੍ਰਿੰਸੀਪਲ ਆਫ ਇੰਟੀਗ੍ਰੇਸ਼ਨ। ਪ੍ਰਿੰਸੀਪਲ ਆਫ ਇੰਟੀਗ੍ਰੇਸ਼ਨ ਦੇ ਵਿੱਚ ਆ ਜਾਂਦਾ ਪਹਿਲਾਂ ਉਹ ਕੀ ਹੈ, ਕੁਝ ਸੰਪੂਰਨ ਅੰਗਾਂ ਵੱਲ ਹੀ ਮੂਵ ਕਰਦਾ ਹੈਗਾ, ਫਿਰ ਉਹ ਹੌਲੀ ਹੌਲੀ ਸਾਰੇ ਅੰਗਾਂ ਨੂੰ ਚਲਾਉਣਾ ਸਿੱਖ ਜਾਂਦਾ ਹੈ, ਮਤਲਬ ਉਹ ਸਾਰੇ ਭਾਗਾਂ ਨੂੰ ਇਕੱਠਾ ਹੀ ਚਲਾਉਣ ਦੇ ਨਾਲ ਕੰਮ ਕਰਨਾ ਸਿੱਖ ਜਾਂਦਾ ਹੈ।
इस करके ये प्रिंसिपल है प्रिंसिपल ऑफ इंटीग्रेशन। रैपिड डिवेलपमेंट ड्यूरिंग द अर्ली ईयर्स, मतलब शुरुआती सालों के विच बच्चे का विकास बहुत तेज़ी के नाल हुंदा हैगा ते जिहड़ा डिवेलपमेंट है कॉन्टीन्यूस प्रोसैस हुंदा हैगा। ये तुसीं सारिਆਂ ने पहलां ही पढ़ चुके आपां स्टार्टिंग दे विच वीडियो के स्टार्टिंग दे विच कीता सी भी डिवेलपमेंट अपने कोल कॉन्टीन्यूस प्रोसैस है, ग्रोथ अपने कोल की है नॉट कॉन्टीन्यूस प्रोसैस। Tomorrow we will discuss previous year questions. If you are like my video, please like, share and subscribe my channel. Thanks. Have a nice day.